Hello students, last lecture ਦੇ ਵਿੱਚ ਅਸੀਂ ਸਟਾਰਟ ਕੀਤਾ ਸੀ +2 ਦਾ 4th ਯੂਨਿਟ ਬਾਇਓਟੈਕਨੋਲੋਜੀ ਜਿਹਦੇ ਅੰਦਰ ਸਾਡੇ ਕੋਲ ਦੋ ਚੈਪਟਰਸ ਨੇ ਪ੍ਰਿੰਸੀਪਲ ਆਫ ਬਾਇਓਟੈਕਨੋਲੋਜੀ ਐਂਡ ਐਪਲੀਕੇਸ਼ਨਸ ਆਫ ਬਾਇਓਟੈਕਨੋਲੋਜੀ। ਤਾਂ ਆਪਾਂ ਸਟਾਰਟ ਕੀਤਾ ਸੀ ਪ੍ਰਿੰਸੀਪਲਸ ਆਫ ਬਾਇਓਟੈਕਨੋਲੋਜੀ, ਉਹਦੀ ਡੈਫੀਨੇਸ਼ਨ ਕੀਤੀ ਸੀ, ਅਲੱਗ-ਅਲੱਗ ਨਾਮ ਕੀਤੇ ਸੀ। ਫਰਦਰ ਉਹਦੀਆਂ ਦੋ ਬ੍ਰਾਂਚਿਸ ਕੈਮੀਕਲ ਤੇ ਜੈਨੇਟਿਕ ਇੰਜੀਨੀਅਰਿੰਗ ਕੀਤੀ ਸੀ, ਜਿਹਦੇ 'ਚ ਮੈਂ ਕਿਹਾ ਸੀ ਕਿ ਫਰਦਰ ਅਸੀਂ ਜਿਹੜਾ ਹੈਗਾ ਜੈਨੇਟਿਕ ਇੰਜੀਨੀਅਰਿੰਗ ਕਰਾਂਗੇ, ਜਿਹਦੇ ਅੰਡਰ ਸਾਡੇ ਕੋਲ 3 ਸਟੈਪ ਸੀ। ਨੰਬਰ 1 ਫਾਰਮੇਸ਼ਨ ਆਫ ਰਿਕੰਬੀਨੈਂਟ DNA and then transfer of that DNA into the host cell for the gene cloning। ਤਾਂ ਆਪਾਂ ਕਿਹਾ ਸੀ ਕਿ ਸਾਡਾ ਜਿਹੜਾ ਡਿਜ਼ਾਇਰਡ ਜੀਨ ਆ ਉਹਨੂੰ ਅਸੀਂ ਵੈਕਟਰ ਨਾਲ ਜੋੜ ਕੇ ਹੋਸਟ ਸੈੱਲ ਦੇ ਅੰਦਰ ਭੇਜਦੇ ਹਾਂ। ਵਾਈ? ਕਿਉਂਕਿ ਸਾਡਾ ਡਿਜ਼ਾਇਰਡ ਜੀਨ ਆਪਣੇ ਆਪ ਆਪਣੀਆਂ ਕਾਪੀਜ਼ ਤਿਆਰ ਨਹੀਂ ਕਰ ਸਕਦਾ, ਬਿਕੋਜ਼ ਇਟ ਇਜ਼ ਨਾਟ ਏਬਲ ਟੂ ਰੈਪਲੀਕੇਟ ਇੰਡੀਪੈਂਡੈਂਟਲੀ। ਇਸ ਲਈ ਅਸੀਂ ਸਿਲੈਕਟ ਕੀਤਾ ਕਲੋਨਿੰਗ ਵੈਕਟਰ ਜੋ ਕਿ ਹੋਸਟ ਸੈੱਲ ਦੇ ਅੰਦਰ ਜਾ ਕੇ ਆਪਣੀਆਂ ਕਾਪੀਜ਼ ਬਣਾ ਸਕਦਾ ਹੈ। ਤਾਂ ਅਸੀਂ ਇੱਕ ਕੰਪੀਟੈਂਟ ਹੋਸਟ ਸਿਲੈਕਟ ਕੀਤਾ। ਹੋਸਟ ਸੈੱਲ ਦੇ ਅੰਦਰ ਜਿਵੇਂ ਹੀ ਸਾਡਾ ਡਿਜ਼ਾਇਰਡ ਜੀਨ ਵੈਕਟਰ ਨਾਲ ਜੋੜ ਕੇ ਅਸੀਂ ਐਂਟਰ ਕਰਵਾਇਆ ਤਾਂ ਵੈਕਟਰ ਨੇ ਕੀ ਕੀਤੀ? ਆਪਣੀ ਕਲੋਨਿੰਗ। ਤਾਂ ਜਿਵੇਂ ਜਿਵੇਂ ਵੈਕਟਰ ਨੇ ਆਪਣੀ ਰੈਪਲੀਕੇਸ਼ਨ ਕੀਤੀ, ਨਾਲ ਕਿਸ ਚੀਜ਼ ਦੀ ਰੈਪਲੀਕੇਸ਼ਨ ਹੋਊਗੀ? ਸਾਡੇ ਡਿਜ਼ਾਇਰਡ ਜੀਨ। ਤਾਂ ਜੇ ਉਸ ਤੋਂ ਅੱਗੇ ਅਸੀਂ ਸਟਾਰਟ ਕਰਾਂਗੇ ਇੰਪੋਰਟੈਂਟ ਟੌਪਿਕ, ਦੈਟ ਇਜ਼ ਦੀ ਫਾਰਮੇਸ਼ਨ ਆਫ ਫਸਟ ਆਰਟੀਫਿਸ਼ੀਅਲ ਰਿਕੰਬੀਨੈਂਟ DNA ਮੋਲੀਕਿਊਲ। ਕਿ ਸਭ ਤੋਂ ਪਹਿਲਾ ਰਿਕੰਬੀਨੈਂਟ DNA ਮੋਲੀਕਿਊਲ ਆਰਟੀਫਿਸ਼ਲੀ ਕਿਵੇਂ ਤਿਆਰ ਕੀਤਾ ਗਿਆ ਸੀ? ਤਾਂ ਸਭ ਤੋਂ ਪਹਿਲਾਂ ਬੱਚੇ ਜਿਹੜਾ ਫਸਟ ਆਰਟੀਫਿਸ਼ੀਅਲ ਰਿਕੰਬੀਨੈਂਟ DNA ਮੋਲੀਕਿਊਲ ਹੈ, ਇਹ ਕੋਹਨ ਤੇ ਬੋਇਰ ਦੋਨਾਂ ਨੇ ਮਿਲ ਕੇ ਤਿਆਰ ਕੀਤਾ ਸੀ। ਔਰ ਉਹਨਾਂ ਲਈ ਉਹਨਾਂ ਦਾ ਡਿਜ਼ਾਇਰਡ ਜੀਨ ਸੀ ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨ। ਤਾਂ ਹੁਣ ਉਹਨਾਂ ਦਾ ਡਿਜ਼ਾਇਰਡ ਜੀਨ ਕਿਹੜਾ ਸੀ? ਉਹਨਾਂ ਦੇ ਫਾਇਦੇ ਦਾ ਜੀਨ ਕਿਹੜਾ ਸੀ? ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨ। ਰੈਜ਼ਿਸਟੈਂਸ ਮਤਲਬ ਕਿਸੇ ਚੀਜ਼ ਦਾ ਅਸਰ ਨਾ ਹੋਣਾ। ਜਿਵੇਂ ਅਸੀਂ ਪੰਜਾਬੀ ਦੇ ਵਿੱਚ ਇੱਕ ਟਿਪੀਕਲ ਵਰਡ ਯੂਜ਼ ਕਰਦੇ ਹਾਂ, ਢੀਠ। ਆਪਾਂ ਕਹਿੰਦੇ ਹਾਂ ਢੀਠ ਹੈ, ਇਹਦੇ ਉੱਪਰ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ। ਤਾਂ ਇਹ ਜੀਨ ਵੀ ਕੀ ਹੈ? ਢੀਠ ਹੈ, ਰੈਜ਼ਿਸਟੈਂਸ ਹੈ। ਕਿਸ ਚੀਜ਼ ਲਈ? ਐਂਟੀਬਾਇਓਟਿਕ ਲਈ। ਤਾਂ ਇਸ ਜੀਨ ਦੇ ਉੱਪਰ ਬੱਚੇ ਕਿਸੇ ਐਂਟੀਬਾਇਓਟਿਕ ਦਾ ਅਸਰ ਨਹੀਂ ਹੁੰਦਾ, ਇਸ ਕਰਕੇ ਇਹਨੂੰ ਕਹਿੰਦੇ ਨੇ ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨ। ਤਾਂ ਇਹੀ ਜੀਨ ਉਹਨਾਂ ਦਾ ਡਿਜ਼ਾਇਰਡ ਜੀਨ ਸੀ, ਜੋ ਕਿਹਦੇ ਕੋਲ ਸੀ? ਪਲਾਸਮਿਡ ਆਫ ਸਾਲਮੋਨੈਲਾ ਟਾਈਫੀਮਿਊਰੀਅਮ ਬੈਕਟੀਰੀਆ। ਵਿਚ ਬੈਕਟੀਰੀਆ? ਸਾਲਮੋਨੈਲਾ ਟਾਈਫੀਮਿਊਰੀਅਮ। ਨਾ ਬੱਚੇ ਧਿਆਨ ਨਾਲ ਦੇਖਿਓ, ਮੈਂ ਇੱਥੇ ਸਾਇੰਟੀਫਿਕ ਨੇਮ ਲਿਖਿਆ, ਇਸ ਲਈ ਮੈਂ ਐਸ ਨੂੰ ਕੈਪੀਟਲ ਰੱਖਿਆ, ਟੀ ਨੂੰ ਮੈਂ ਸਮਾਲ ਰੱਖਿਆ, ਔਰ ਦੋਨੇ ਵਰਡਸ ਨੂੰ ਮੈਂ ਅੰਡਰਲਾਈਨ ਕੀਤਾ ਹੈ। ਦਿਸ ਇਜ਼ ਦੀ ਜੀਨਸ ਨੇਮ ਐਂਡ ਦਿਸ ਇਜ਼ ਦੀ ਸਪੀਸ਼ੀਜ਼ ਨੇਮ ਆਫ ਬੈਕਟੀਰੀਆ। ਟਾਈਫਾਈਡ ਕਾਜ਼ਿੰਗ ਬੈਕਟੀਰੀਆ ਸਾਲਮੋਨੈਲਾ ਟਾਈਫੀਮਿਊਰੀਅਮ ਬੈਕਟੀਰੀਆ ਦੇ ਪਲਾਸਮਿਡ ਕੋਲ ਇਹ ਡਿਜ਼ਾਇਰਡ ਜੀਨ ਪ੍ਰੈਜ਼ੈਂਟ ਹੈ। ਨਾਓ ਵਾਟ ਇਜ਼ ਪਲਾਸਮਿਡ? ਤਾਂ ਆਪਾਂ ਮੋਨੈਰਾ ਕਿੰਗਡਮ ਜਿੱਥੇ ਕਰਦੇ ਹਾਂ ਜਾਂ ਫਿਰ ਸੈੱਲ ਵਾਲਾ ਯੂਨਿਟ ਕਰਦੇ ਹਾਂ, ਉੱਥੇ ਸਾਡੇ ਕੋਲ ਪ੍ਰੋਕੈਰੀਓਟਿਕ ਸੈੱਲ ਆਉਂਦਾ ਹੈ, ਉਹਦੇ ਵਿੱਚ ਆਪਣੇ ਕੋਲ ਇਹ ਟਰਮ ਆਉਂਦੀ ਹੈ ਪਲਾਸਮਿਡ। ਨਾਓ ਵਾਟ ਇਜ਼ ਪਲਾਸਮਿਡ? ਤਾਂ ਬੱਚੇ ਬਹੁਤ ਸਾਰੇ ਬੈਕਟੀਰੀਆ, ਠੀਕ ਹੈ, ਵਿਚ ਆਰ ਦੀ ਪ੍ਰੋਕੈਰੀਓਟਸ। ਤਾਂ ਪ੍ਰੋਕੈਰੀਓਟਸ ਦੇ ਕੋਲ ਜਿਹੜਾ ਮੇਨ DNA ਹੁੰਦਾ ਹੈ, ਉਸ ਤੋਂ ਇਲਾਵਾ ਕਈ ਵਾਰ ਐਕਸਟਰਾ DNA ਵੀ ਲਾਈ ਕਰਦਾ ਹੈ। ਹੁਣ ਸਾਨੂੰ ਪਤਾ ਹੈ ਕਿ ਪ੍ਰੋਕੈਰੀਓਟਸ ਜਾਂ ਬੈਕਟੀਰੀਆ ਦਾ DNA ਕਿੱਦਾਂ ਦਾ ਹੁੰਦਾ ਹੈ? ਸਰਕੂਲਰ, ਡਬਲ ਸਟ੍ਰੈਂਡਡ, ਸੈਲਫ ਰੈਪਲੀਕੇਟਿੰਗ। ਠੀਕ ਹੈ, ਸਰਕੂਲਰ ਹੈ, ਡਬਲ ਸਟ੍ਰੈਂਡਡ ਵੀ ਆ, ਔਰ ਆਪਣੀਆਂ ਕਾਪੀਜ਼ ਆਪ ਵੀ ਤਿਆਰ ਕਰ ਸਕਦਾ ਹੈ। ਤਾਂ ਉਹਦਾ ਹੁੰਦਾ ਮੇਨ DNA, ਬਟ ਉਸ ਤੋਂ ਇਲਾਵਾ ਜੇ ਕੋਈ ਐਕਸਟਰਾ DNA ਪਿਆ ਹੈ, then it is known as plasmid. Now you can see in diagram, suppose this is the bacteria and this is its main DNA, circular, double stranded। ਇਸ ਤੋਂ ਇਲਾਵਾ ਜੇ ਕੋਈ ਐਕਸਟਰਾ DNA ਪਿਆ ਹੋਇਆ, now this extra DNA is known as plasmid। this is the main DNA, और मेन DNA ਤੋਂ ਇਲਾਵਾ ਜੇ ਕੋਈ ਹੋਰ DNA ਪਿਆ, that is the extra chromosomal DNA, plasmid। ਤਾਂ ਇਸ plasmid ਕੋਲ ਜੀਨ ਆ, which one is the antibiotic resistance gene। ਤਾਂ ਉਹਨਾਂ ਨੇ ਕੀ ਸਿਲੈਕਟ ਕੀਤਾ ਸੀ? ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨ ਆਫ ਪਲਾਸਮਿਡ ਆਫ ਸਾਲਮੋਨੈਲਾ ਟਾਈਫੀਮਿਊਰੀਅਮ ਐਂਡ plasmid of E. coli for vector।
ਆ ਤਾਂ ਉਹਨਾਂ ਨੇ ਤਾਂ ਸਿਲੈਕਟ ਕੀਤਾ ਪਲਾਸਮਿਡ ਸਾਲਮੋਨੈਲਾ ਟਾਈਫੀਮਿਊਰੀਅਮ ਦਾ ਕਿਉਂਕਿ ਉਹਦੇ ਕੋਲ ਡਿਜ਼ਾਇਰਡ ਜੀਨ ਆ, ਪਰ ਦੂਸਰੇ ਪਾਸੇ ਉਹਨਾਂ ਨੇ ਸਿਲੈਕਟ ਕੀਤਾ ਸੀ ਪਲਾਸਮਿਡ ਆਫ ਈਕੋਲਾਈ। ਤਾਂ ਇੱਕ ਪਾਸੇ ਉਹਨਾਂ ਨੇ ਈਕੋਲਾਈ ਦਾ ਪਲਾਸਮਿਡ ਲੈ ਲਿਆ, दूसरे पासे उन्होंने साल्मोनेला टाइफीम्यूरियम का प्लास्मिड ले लिया और दोनों की कटिंग की ना बचे। ध्यान रखियो आपा क्या सी कि रिकम्बिनेंट डीएनए बनाने वास्ते कटिंग ते पेस्टिंग करनी पैंदी आ और कटिंग ते पेस्टिंग करवाउण वास्ते इत्थे चाहिए ने एंजाइम्स। हुण ओ एंजाइम जो कटिंग करता है दैट इज नोन एज रिस्ट्रिक्शन एंजाइम। रिस्ट्रिक्शन एंजाइम का मतलब है जो डीएनए नू किसी स्पेसिफिक साइड तो पर्टिकुलर साइड तो कट करे, दैट इज द रिस्ट्रिक्शन एंजाइम। तो रिस्ट्रिक्शन एंजाइम नाल उन्होंने दोनों प्लास्मिड्स की कटिंग करवा ली। नाउ दिस इज द डिजायर्ड जीन एंड दिस इज द वेक्टर। और बच्चे जेडे उन्होंने फ्री एंड्स हुंदे ने दीज आर नोन एज स्टिकी एंड्स। कटिंग कराउण तो बाद डीएनए स्ट्रैंड्स के जेडे फ्री एंड्स हुंदे ने उन्हां नूं कहंदे आ स्टिकी एंड्स। तो जे रिस्ट्रिक्शन एंजाइम ने की कीता जेडे शुगर ते फॉस्फेट दे विचाले बॉन्ड हुंदा है उस बॉन्ड नूं कट करता। हुण ओ फ्री हो गए। नाउ दीज फ्री एंड्स आर नोन एज स्टिकी एंड्स। हुण इन्हां दोनां दे फ्री एंड्स या स्टिकी एंड्स नूं जोड़ दिंदा है लाइगेज एंजाइम। नाउ पेस्टिंग इज डन बाय लाइगेज एंजाइम। तुसीं एंजाइम्स की जो क्लासीफिकेशन करते हो बायोमोलीक्यूल्स तो उत्थे साडे कोल लाइगेज आउंदा है। लाइगेज एज मीन्स जोड़ना। तो ये एंजाइम जोड़न लई यूज किया जाता है। तो पहला रिस्ट्रिक्शन एंजाइम ने की किया दोनों प्लास्मिड्स की कटिंग करवाती। कटिंग करवाउण तो बाद जिहड़े स्टिकी एंड्स बचे बने सी उन्हां नूं लाइगेज एंजाइम ने जोड़ता जिहदे नाल साडे कोल की बन गया रिकम्बिनेंट डीएनए। यही पहला स्टेप हुंदा है फॉर्मेशन ऑफ रिकम्बिनेंट डीएनए बाय कटिंग एंड पेस्टिंग। हुण ओही रिकम्बिनेंट डीएनए की एंट्री करवा दी और उन्होंने ट्रांसफर कर दिता होस्ट सेल्स। और हुण होस्ट सेल किहड़ा सी ईकोलाई। अगेन ईकोलाई दिस इज आल्सो द बैक्टीरिया। ठीक है जो असीं कहने साडे डाइजेस्टिव सिस्टम दे विच भी प्रेजेंट आ उत्थे भी ये वरत्या जांदा है। नाउ ईकोलाई इट इज द बैक्टीरिया प्रोकैरियोटिक सेल जिन्हों असीं यूज कर रहे हैं एज ए होस्ट सेल। नाउ जे जदों इस रिकम्बिनेंट डीएनए नूं होस्ट सेल दे अंदर एंटर किया या ट्रांसफर किया गया नाउ दिस प्रोसेस इज नोन एज ट्रांसफॉर्मेशन। नाउ इट इज अगेन वेरी इंपॉर्टेंट टर्म ट्रांसफॉर्मेशन। नाउ जी ग्रिफिथ ने जेड़ा अपना चूहे वाला एक्सपेरिमेंट किया सी ओदे अंदर उन्हें ये टर्म दी सी ट्रांसफॉर्मेशन। ये टर्म यूज की सी। नाउ व्हाट इज ट्रांसफॉर्मेशन? तो जी कोई भी सेल है चाहे वो प्रोकैरियोटिक है चाहे वो यूकैरियोटिक है। ठीक है जी सपोज करो दिस सेल इज द प्रोकैरियोटिक सेल एंड दिस सेल इज द यूकैरियोटिक सेल। जदों इस सैल दे विच कोई भी बाहरों डीएनए एंटर करूगा और यू कैन से फॉरेन डीएनए। ठीक है जी फॉरेन डीएनए साडे सैल तो जदों कोई बाहरों डीएनए एंटर कर रहा है तो बाहर लाए दैट इज द फॉरेन डीएनए फॉर दिस सेल। इस सैल दे अंदर जदों कोई बाहरों फॉरेन डीएनए एंटर करता है नाउ दिस इज द यूकैरियोटिक सेल दिस इज द प्रोकैरियोटिक सेल। जे फॉरेन डीएनए प्रोकैरियोटिक सेल दे अंदर एंटर हो रहा है या यू कैन से कि प्रोकैरियोटिक सेल ने फॉरेन डीएनए नू एब्जॉर्ब किया है देन दिस फिनोमिनन इज नोन एज ट्रांसफॉर्मेशन। की कहांगे सी ट्रांसफॉर्मेशन। बट अगर यूकैरियोटिक सेल दे अंदर ये फॉरेन डीएनए एंटर करता है या ये यूकैरियोटिक सेल फॉरेन डीएनए नु एब्जॉर्ब करता है देन इट इज नोन एज ट्रांसफेक्शन। नाउ आपां हुण इहनूं की कहांगे ट्रांसफेक्शन। ठीक है दीज आर द टू टर्म्स कि जदों कोई भी फॉरेन डीएनए प्रोकैरियोटिक सेल च जाऊगा देन ट्रांसफॉर्मेशन। जे कोई फॉरेन डीएनए यूकैरियोटिक सेल दे अंदर एंटर करूगा देन इट इज नोन एज ट्रांसफेक्शन। ना बच्चे इत्थे आपां होस्ट सेल किहड़ा लिया ईकोलाई। नाउ ईकोलाई इज प्रोकैरियोटिक। नाउ रिकम्बिनेंट डीएनए इज फॉरेन डीएनए फॉर दिस सेल।
ਹੁਣ ਈਕੋਲਾਈ ਲਈ ਇਹ ਰਿਕੰਬੀਨੈਂਟ ਡੀਐਨਏ ਕੀ ਹੈ, ਇੱਕ ਫੋਰਨ ਡੀਐਨਏ ਆ, ਓਪਰਾ ਡੀਐਨਏ ਆ। ਜਦੋਂ ਹੁਣ ਇਹ ਇਹਦੇ ਵਿੱਚ ਜਾਊਗਾ then this process is known as transformation। ਨਾ ਬਚੇ ਫਰਦਰ ਅਸੀਂ ਕੀ ਕੀਤਾ, ਇਸ ਹੋਸਟ ਸੈਲ ਈਕੋਲਾਈ ਦੀ ਕਲਚਰਿੰਗ ਕਰਵਾਈ, ਉਹਨੂੰ ਅਸੀਂ ਟੈਂਕਸ ਜਾਂ ਬਾਇਓ ਰਿਐਕਟਰਸ ਦੇ ਵਿੱਚ ਉਹਦੀ ਗਰੋਥ ਕਰਵਾਈ, ਮਲਟੀਪਲਾਈਕੇਸ਼ਨ ਕਰਵਾਈ। ਕਿਉਂ? ਕਿਉਂਕਿ ਜਿਵੇਂ ਜਿਵੇਂ ਇਹ ਈਕੋਲਾਈ ਦਾ ਨੰਬਰ ਇਨਕਰੀਜ਼ ਹੋਊਗਾ, ਈਕੋਲਾਈ ਦੇ ਅੰਦਰ ਸਾਡਾ ਵੈਕਟਰ ਵੀ ਰੈਪਲੀਕੇਟ ਕਰੂਗਾ। ਨਾਓ ਯੂ ਕੈਨ ਸੀ ਕਿ ਜਿਵੇਂ ਜਿਵੇਂ ਡੀਐਨਏ ਦੀ ਰੈਪਲੀਕੇਸ਼ਨ ਹੋਊਗੀ, ਉਵੇਂ ਉਵੇਂ ਵੈਕਟਰ ਨਾਲ ਜੁੜੇ ਹੋਏ ਸਾਡੇ ਡਿਜ਼ਾਇਰਡ ਜੀਨ ਦੀ ਵੀ ਰੈਪਲੀਕੇਸ਼ਨ ਹੋਊਗੀ। ਥੈਂਕ ਯੂ।